मुबारक खुशियाँ भरी गोद अंदर सज बैठे सतसंगी जनों। सतगुर जी की किरपा हुई संध्या वेले रब्बी बाणी सोदार दे जाप आप जी ने संगती रूप विच बैठ के बड़े शरधा प्रेम भावना दे नाल कीते। आओ सतगुर दाता कृपा करे उसे रहरास सोदर बाणी दी विचार सांझी करन तो पहला धन धन सतगुरु गुरु ग्रंथ साहिब महाराज जी के चरनां च सीस नवाइए। प्यार सत्कार अते अदब दे नाल दोवें हथ जोड़ श्री गुरु ग्रंथ साहिब महाराज जी नूं नमस्कार करो। आपसी फतेह दी सांझ पाओ। प्यार नाल आखो जी वाहिगुरू जी का खालसा वाहिगुरू जी की फतेह। पिछले दिनी उस वड्डे परमात्मा दी वड्डियाई करदिआं आप जी दे नाल विचारां सांझियां कीतियां। ये तां गल हकीकत सच है, परमात्मा नूं कोई बयान नहीं कर सकदा। वो साडी बयानबाजी तो परे है। बाणी ओनूं अगम अगोचर गहर गंभीर ऊच अपार कहिंदी है। इहो जे अनेकां नाम ने जिहड़े परमात्मा दे लई जुड़दे आ। इत्थों तक भी सतगुरु जी कहंदे आ साडे कर्म इंद्रे साडे ज्ञान इंद्रे इन्हां दी भी परमात्मा तक पहुँच नहीं। सो सतगुरु धन गुरु नानक महाराज जी ने बड़ियां प्यारियां बातां शब्द विच सानू समझाइयां सन। अगला शब्द आसा महला पहला। आसा राग दे अंदर धन गुरु नानक देव महाराज जी का ये बचन जिहड़ा रोज़ ही आपां सोदा रहरास बाणी पढ़दे हां, ये बचन पढ़दे सुनदे हां। सतगुरु गुरु नानक देव महाराज जी ने इस पावन बचन दे अंदर जो उपदेश कीमती सानू बख्शिया वो बा कमाल है। सतगुर कृपा करदे आ आखां जीवां विसरै मर जाओ। सौखे जे इहदे अर्थ ये ने मैं आखदा ते जिउंदा। जे तू विसर जाना है तो ये परमात्मा मेरा मरण हो जाता है, मैं मरदा। सौखे जे ते भाव अर्थ इहदे ये ने। पर जदों तुसी इन्हां भाव अर्थां नूं थोड़ी गूढ़ नज़र दे नाल वेखोगे ना, इस शब्द की गंभीरता वाले पासे जाओगे तो बड़े ही माणक मोती सतगुरु गुरु नानक महाराज कढ़ के साडे अगे रख दिंदे आ। आखां जीवां भाव हे वाहिगुरू ज्यों ज्यों मैं परमात्मा का नाम सिमरदा, जिवें जिवें मैं परमात्मा दे नाम नूं जपदा त्यों त्यों मेरे अंदर आत्मक जीवन पैदा हुंदा है। दो तरह का जिउणा हुंदा है, एक संसारी जिउणा, एक आत्मक तौर ते जिउणा। अक्सर बंदा तुसी संसार ते वेखदे हो वो आत्मक तौर ते नहीं जी रहा, संसारक तौर ते जी रहा, क्योंकि उन्होंने रंगत ही संसारक तौर की मिली हुई है। उहदा जिउणा हरेक उहदा जिंदगी का पक्ष संसार नाल जुड़िया होया।
ਤੇ ਦੂਜੇ ਪਾਸੇ ਉਹ ਨੇ ਜਿਹੜੇ ਧਰਮ ਦੀ ਦੁਨੀਆ ਦੇ ਅੰਦਰ ਨੇ, ਉਹ ਸੰਸਾਰ ਵੱਲ ਵੇਖ ਕੇ ਨਹੀਂ ਜਿਉਂਦੇ, ਉਹ ਸੰਸਾਰ ਤੋਂ ਉੱਠ ਕੇ ਉੱਤੇ ਜਿਉਂਦੇ ਆ। ਉਹਨਾਂ ਦਾ ਜਿਉਣਾ ਅਧਿਆਤਮਕਤਾ ਦਾ ਜਿਉਣਾ ਹੈ, ਉਹਨਾਂ ਦਾ ਜਿਉਣਾ ਆਤਮਕਤਾ ਦਾ ਜਿਉਣਾ ਹੈ, ਉਹਨਾਂ ਦਾ ਜੀਵਨ ਬਾ ਕਮਾਲ ਦਾ ਜਿਉਣਾ ਹੁੰਦਾ ਹੈ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ, ਹੇ ਵਾਹਿਗੁਰੂ, ਜਦੋਂ ਜਿਵੇਂ ਜਿਵੇਂ ਮੈਂ ਵਾਹਿਗੁਰੂ ਸਿਮਰਨ ਤੇਰਾ ਕਰਦਾ ਨਾ, ਮੈਂ ਆਤਮਿਕ ਜੀਵਨ ਜਿਉਣਾ। ਹੁਣ ਆਪਾਂ ਇੱਥੇ ਬੈਠੇ ਆ ਗੁਰੂ ਦੀ ਹਜ਼ੂਰੀ ਦੇ ਅੰਦਰ, ਆਤਮਿਕ ਮੌਤ ਵੀ ਬੰਦੇ ਦੀ ਹੁੰਦੀ ਹੈ ਤੇ ਸੰਸਾਰਕ ਸਰੀਰ ਤੌਰ ਤੇ ਵੀ ਬੰਦੇ ਦੀ ਮੌਤ ਹੁੰਦੀ ਹੈ। ਇੱਕ ਆਤਮਿਕ ਜਿਉਣਾ, ਇੱਕ ਸਰੀਰਕ ਜਿਉਣਾ, ਇੱਕ ਆਤਮਿਕ ਮੌਤ ਮਰਨਾ, ਇੱਕ ਸੰਸਾਰਕ ਮੌਤ ਮਰਨਾ। ਇਹ ਦੋ ਗੱਲਾਂ ਨੂੰ ਹੁਣ ਯਾਦ ਰੱਖਿਓ। ਆਪਾਂ ਆਤਮਿਕ ਮੌਤੇ ਕਿਵੇਂ ਮਰਦੇ ਆ? ਬਾਣੀ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਦੇ ਅੰਦਰੋਂ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਨਾ, ਆਖਾਂ ਜੀਵਾਂ ਵਿਸਰੈ ਮਰ ਜਾਉ। ਜਿਉਣਾ ਤੇ ਮਰਨਾ, ਆਖਣਾ ਜਿਉਣਾ ਹੈ, ਵਿਸਰਨਾ ਮਰਨਾ ਹੈ। ਹੁਣ ਆਪਾਂ ਕਿਵੇਂ ਮਰਦੇ ਆ? ਸਾਡੀ ਆਤਮਿਕ ਮੌਤ ਕਿਵੇਂ ਹੁੰਦੀ ਹੈ? ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਦੇ ਅੰਦਰੋਂ ਪਰਮੇਸ਼ਰ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਨਾ, ਜਿਹੜੇ ਨਿਰੰਕਾਰ ਨੂੰ ਚੇਤੇ ਨਹੀਂ ਕਰਦੇ, ਜਿਨ੍ਹਾਂ ਦੇ ਕਦੀ ਚਿੱਤ ਖਿਆਲ ਵਿੱਚ ਨਿਰੰਕਾਰ ਹੀ ਨਹੀਂ ਆਉਂਦਾ, ਉਹ ਹਮੇਸ਼ਾ ਹੀ ਪਰਮਾਤਮਾ ਵੱਲੋਂ ਮਰੇ ਹੁੰਦੇ ਆ, ਤੁਰੇ ਤਾਂ ਫਿਰਦੇ ਆ। ਇਉਂ ਲੱਗਦਾ ਕਿ ਵੀ ਜਿਉਂਦੇ ਨੇ, ਪਰ ਅੰਦਰ ਸਮਝ ਨਾ ਹੋਣ ਕਰਕੇ, ਅੰਦਰ ਸ਼ੁਭ ਗੁਣ ਨਾ ਹੋਣ ਕਰਕੇ ਰੋਜ਼ ਹੀ ਮਰਦੇ ਆ। ਕਦੇ ਮਨ ਕਰਕੇ ਮਰ ਜਾਂਦੇ ਨੇ, ਕਦੇ ਆਤਮੇ ਕਰਕੇ ਮਰ ਜਾਂਦੇ ਨੇ। ਫਿਰ ਮੈਂ ਬੇਨਤੀ ਕਰਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ, ਆਹ ਚੀਜ਼ਾਂ ਜਿਹਦੇ ਅੰਦਰੋਂ ਖਤਮ ਹੋ ਗਈਆਂ ਨਾ, ਉਹ ਬੰਦਾ ਮਰਿਆ ਹੋਇਆ ਹੈ। ਉਹ ਕਿਹੜੀਆਂ? ਜਤ ਸਤ ਧਰਮ ਧੀਰਜ ਦਇਆ ਪਰ ਉਪਕਾਰ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਜਿਸ ਬੰਦੇ ਦੇ ਅੰਦਰ ਨਹੀਂ, ਜਿਹਦੇ ਅੰਦਰ ਦਇਆ ਨਹੀਂ, ਧਰਮ ਨਹੀਂ, ਧੀਰਜ ਨਹੀਂ, ਸਤ ਨਹੀਂ, ਸੰਤੋਖ ਨਹੀਂ, ਉਹ ਬੰਦਾ ਕਦੀ ਜਿਉਂਦਿਆਂ ਵਿੱਚ ਨਾ ਗਿਣਿਓ, ਉਹ ਆਤਮਿਕ ਤੌਰ ਤੇ ਮਰਿਆ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਜਿਹਦੇ ਖਿਆਲ ਵਿੱਚ ਹੀ ਨਿਰੰਕਾਰ ਨਹੀਂ ਹੈ, ਉਹ ਅਸਲ ਵਿੱਚ ਇਸ ਅਵਸਥਾ ਵਿੱਚ ਜਿਉਂਦਾ ਹੈ। ਤੇ ਆਪਾਂ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਹੇ ਵਾਹਿਗੁਰੂ, ਮੈਂ ਰੋਜ਼ ਆਤਮਿਕ ਮੋਤੇ ਨਾ ਮਰਾਂ, ਇਸ ਕਰਕੇ ਮੇਰੇ ਤੇ ਕਿਰਪਾ ਕਰ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਪਰਮਾਤਮਾ ਦੇ ਪ੍ਰਤੀ ਸਾਡੇ ਅੰਦਰ ਇੱਕ ਚਾਹਨਾ, ਇੱਕ ਚਾਉ ਬਣ ਜੇ, ਇਹ ਹਮੇਸ਼ਾ ਹੀ ਸਾਨੂੰ ਜਿਉਂਦਾ ਰੱਖੇਗੀ। ਇੱਕ ਮੈਂ ਭਗਤ ਕਬੀਰ ਜੀ ਦਾ ਬਚਨ ਸਾਂਝਾ ਕਰਾਂ ਆਪ ਜੀ ਦੇ ਨਾਲ। ਭਗਤ ਕਬੀਰ ਜੀ ਰੱਬ ਦੇ ਨਾਲ ਬਾਤਾਂ ਕਰਦੇ ਆ, ਆਖੇ ਰੱਬਾ, ਦੁਨੀਆ ਕਰਵਟ ਕਰ ਲੈ ਮੈਨੂੰ ਕੋਈ ਪਰਵਾਹ ਨਹੀਂ, ਪਰ ਮੇਰੀ ਆਤਮਿਕ ਮੌਤ ਉਸ ਦਿਨ ਹੋਵੇਗੀ ਜਿਸ ਦਿਨ ਤੂੰ ਮੇਰੇ ਕੋਲੋਂ ਕਰਵਟ ਕਰ ਲਈ। ਜਿਸ ਦਿਨ ਤੂੰ ਮੇਰੇ ਤੋਂ ਮੁੱਖ ਘੁਮਾ ਲਿਆ ਨਾ, ਮੈਂ ਉਦਣ ਆਤਮਿਕ ਮੌਤੇ ਮਰਾਂਗਾ, ਨਹੀਂ ਤਾਂ ਮੈਂ ਆਤਮਿਕ ਮੌਤੇ ਮਰਨ ਵਾਲਾ ਨਹੀਂ। ਬਚਨ ਆਪਾਂ ਪੜ੍ਹਦੇ ਹਾਂ ਭਗਤ ਕਬੀਰ ਜੀ ਦਾ, ਖੇ ਰੱਬਾ ਕਰਵਤ ਭਲਾ ਨਾ ਕਰਵਟ ਤੇਰੀ, ਆਖਾਂ ਜੀਵਾਂ ਵਿਸਰੈ ਮਰ ਜਾਉ। ਜੇ ਤੂੰ ਕਰਵਟ ਕਰਦਾ ਨਾ, ਇਹਦੇ ਵਿੱਚ ਮੇਰਾ ਭਲਾ ਨਹੀਂ ਹੋਣਾ, ਮੇਰੀ ਮੌਤ ਹੋ ਜਾਣੀ ਹੈ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਇਹ ਮੇਰੀ ਬੇਨਤੀ ਹੈ, ਹੋਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਖੇ ਕੋ ਮਾਰੇ।
जो तन चीरै अंग न मोरों, भाव सब कुछ मेरे नाल हो जाए पर मैं तेरे पासों मुख ना घुमावां, बस ये मेरे ते कृपा करी क्योंकि मैं मरना नहीं चाहता। वो ही भगत कबीर जी फिर बाणी विच एक वचन करदे आ, मैं ना मरूं मरबो संसारा। ये दुनिया के लोगों मैं नहीं मरना क्योंकि मैनू हुण आत्मक जीवन मिल गया, आत्मक आनंद आ गया। हुण मैं मरन वाला थोड़ा आ, मरेगा तो वह जिन्हों आत्मक आनंद ही नहीं आया। संसार तो भरम भुलेखे खट के वह बंदा जाएगा जिन्हों जिउण दा चज नहीं आया। मैं ना मरो मरबो संसारा, मोहे मिलियो है जीवावन हारा। मैनू तो आत्मक रस देण वाला जीवालन वाला वो प्रभु मिल गया, हुण मैं किवें मरांगा? मैं मर नहीं सकता क्योंकि मैनू गुरु ने जीवन जुगत दिती है, जीवन जिउण दा ढंग सिखाया। मैनू गुरु ने सिखाया आखां जीवां विसरै मर जाओ। आपां ते रब नूं भुल जाने आ। थोड़ा जिहा कोई दुख आउंदा ना बंदे ते, जिहड़ा रोज गुरु का नाम लैंदा, परमात्मा का नाम लैंदा, उही रब नूं उलामे देण लग जांदा, उहनूं विसर जांदा परमात्मा। दुख की घड़ी दे अंदर बंदा रब नूं उलामे भी कई बार दे दिंदा। ये नहीं कि भी सारे रब का शुकराना करते होणगे, सारी रब दे अगे अरदासां करते होणगे, नहीं। कई ऐसे भी ने जिहड़े रब नूं उलामे भी दिंदे होणगे, असल दे विच उन्हां दे अंदर आत्मक आनंद नहीं आया, उस संसारक तौर ते जी रहे आ। तो मैं बेनती आप जी दे चरनां विच करनी ये चाहुंदा, संसार जिहड़ा वो रब नूं भुलदा, निरंकार नूं भुलदा, इस करके मरदा। यही सतगुरु जी कहते आ, जिन्ने भी दुख ने परमात्मा नूं भुल्लण दे नाल ही व्यापदे आ, उहनूं विसारण दे नाल ही वापरदे आ। बचन आपां पढ़दे आ, परमेश्वर ते भुल्लिया व्यापन सभे रोग। हुण जो कुछ भी व्यापिया, जो कुछ भी सखेड़िया संसार ते, वो परमात्मा नूं भुल्लण तो बाद ही आया। सो सतगुरु जी कहते परमात्मा ना भुली, परमात्मा नूं हमेशा ही याद रखी। अगे सतगुरु जी कहते आ, आखण औखा साचा नाओ। दूजी बेनती ये परमात्मा दे नाम नूं आखना भी बड़ा औखा है। हुण ये ना समझो कि भी इहदा मतलब कि भी रब नूं आपां जप रहे हैं ये बड़ा औखा है, नहीं। उस पक्ष विच गल नहीं, ये भाव अर्थां नूं समझिओ। ये पता हुंदिआं भी सदा रहण वाले परमात्मा दा नाम सिमरना औखा काम जापदा। किवें औखा जापदा? ये औखा किवें है? ये औखा उन्हां दे लई है जिन्हां दे चित्त कठोर हो चुके आ। हुण चित्त कठोर किवें? सतगुरु जी कहते हैं जिन्हां दे चित्त कठोर ने ना, जिनके चित्त कठोर से बह ना सतगुर पास, उन्हां लई बड़ा औखा है परमात्मा दा नाम जपना। उन्हां दे ते मन विच एक फुरना जिहा तुरिया आउंदा है, कदों ये गल खत्म होवे ते कदों मैं उठ के जावां। या उन्हां दा ध्यान इसे पास रहिंदा, एक बंदा उठे ते नाल मैं भी उठ के चलिया जावां। या उन्हां दा ध्यान घड़ी दी सूई वल रहिंदा है। इस करके उन्हां लोकां दे लई जपना बड़ा औखा है, उन्हां लई बड़ी औखी घाटी है। इसे करके कवकट घाटी राम की क्या है कि बड़ी औखी है उन्हां दे लई। औखी उन्हां लई बणी जिन्हां दे चित्त कठोर सन। से बह ना सतगुर पास, उत्थे सच वरतदा कूड़ियारां चित्त उदास। कूड़ियार बंदे दा ते चित्त उदास होएगा। कूड़ियार बंदे का चित्त उदास पता क्यों होंदा है? क्योंकि कूड़ा बंदा, झूठा बंदा कदी भी गुरु की गल सुनने दे लई नहीं आउंदा। उहदे लई एक मुश्किल ये भी है ना कि भी वो परमात्मा का गुरु का नाम सुनन थोड़ा आउंदा है, वो तो वेखण आउंदा है कि भी गुरुद्वारे दे अंदर की हो रहा है, गुरुद्वारे दे अंदर फलाना की कर रहा है। मैं झट जाके उहदी गल उहदे अगे कर दियां। कूड़ियारा चित्त उदास,
ਉੱਥੇ ਸੱਚ ਵਰਤਦਾ, ਕਿਉਂਕਿ ਉਹਦਾ ਧਿਆਨ ਸੱਚ ਵੱਲ ਨਹੀਂ ਹੁੰਦਾ, ਉਹਦਾ ਧਿਆਨ ਹੀ ਕੂੜ ਵੱਲ ਹੁੰਦਾ, ਕਿਸੇ ਦੇ ਅੰਦਰੋਂ ਕੁਝ ਲੱਭਾਂ। ਇਸ ਕਰਕੇ ਉਹਦੇ ਲਈ ਇਹ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਵੀ ਉਹ ਕਦੀ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪ ਸਕਦਾ, ਤੇ ਨਾ ਹੀ ਉਹ ਜ਼ਿੰਦਗੀ ਭਰ ਇਹ ਚੰਗਾ ਕਰਮ ਕਰ ਪਾਏਗਾ, ਕਿਉਂਕਿ ਉਹਦੇ ਚਿੱਤ ਦੇ ਵਿੱਚ ਮੈਲ ਹੈ। ਮੈਲ ਹੀ ਉਹਨੂੰ ਕੁਝ ਕਰ ਨਹੀਂ ਦਿੰਦੀ। ਤੇ ਸਤਿਗੁਰੂ ਜੀ ਕਹਿੰਦੇ ਆਖਣ ਔਖਾ ਸਾਚਾ ਨਾਉ, ਪਰਮਾਤਮਾ ਦੇ ਸੱਚੇ ਨਾਮ ਨੂੰ ਉਹਦੇ ਲਈ ਆਖਣਾ ਕਹਿਣਾ ਬੜਾ ਔਖਾ ਹੈ। ਪਰਮਾਤਮਾ ਦਾ ਨਾਮ ਉਹਦੇ ਲਈ ਜਪਣਾ ਬੜਾ ਔਖਾ ਹੈ। ਤੇ ਜਿਹੜੇ ਪਰਮਾਤਮਾ ਦੇ ਇਸ ਸੱਚੇ ਨਾਮ ਨੂੰ ਜਪ ਲੈਂਦੇ ਆ, ਉਹਨਾਂ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ ਹੈ। ਅਕਸਰ ਆਪਾਂ ਹੁਕਮ ਦੇ ਰੂਪ ਦੇ ਵਿੱਚ ਉਹ ਬਚਨ ਸੁਣਦੇ ਹਾਂ। ਸਤਿਗੁਰੂ ਜੀ ਕਹਿੰਦੇ ਆ, ਫਿਰ ਰੱਬ ਜਿਹੜਾ ਇਹ ਆਖਣ ਔਖਾ ਸਾਚਾ ਨਾਉ, ਜਦੋਂ ਕੋਈ ਇਹਨੂੰ ਜਪਣ ਲੱਗ ਗਿਆ, ਫਿਰ ਰੱਬ ਉਹਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ, ਕਿਉਂਕਿ ਉਹਨੇ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆਇਆ। ਫਿਰ ਰੱਬ ਕੀ ਕਰਦਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪਤ ਪਾਲੇ, ਉਹਦਾ ਮਨ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਕਿਉਂਕਿ ਉਹਦਾ ਚਿੱਤ ਪਰਮਾਤਮਾ ਨਾਲ ਲੱਗ ਗਿਆ। ਤੇ ਜਿਨ੍ਹਾਂ ਦਾ ਪਰਮਾਤਮਾ ਨਾਲ ਚਿੱਤ ਲੱਗ ਗਿਆ, ਫਿਰ ਦੁਨੀਆ ਦੀ ਕੋਈ ਵੀ ਔਖੀ ਘੜੀ ਉਹਨਾਂ ਨੂੰ ਵਿਆਪਦੀ ਨਹੀਂ, ਦੁੱਖ ਸੰਤਾਪ ਕੱਖ ਵੀ ਉਹਨਾਂ ਨੂੰ ਨਹੀਂ ਲੱਗਦਾ। ਸਤਿਗੁਰੂ ਜੀ ਕਹਿੰਦੇ ਆ, ਉਹਨਾਂ ਦੇ ਤਾਂ ਦੁੱਖ ਸੰਤਾਪ ਉਤਰ ਜਾਂਦੇ ਆ, ਸੁਣੀ ਸੱਚੀ ਬਾਣੀ, ਸੱਚੀ ਬਾਣੀ ਨੂੰ ਸੁਣ ਕੇ ਜਪ ਕੇ ਉਹਨਾਂ ਦੇ ਅੰਦਰੋਂ ਉਹ ਸੰਤਾਪ ਲੈ ਜਾਂਦੇ ਆ। ਉਹਨਾਂ ਦੀ ਅਵਸਥਾ ਇਹ ਬਣਦੀ ਹੈ। ਅਗਲੀ ਗੱਲ ਸਤਿਗੁਰੂ ਜੀ ਕਹਿੰਦੇ ਆ, ਸਾਚੇ ਨਾਮ ਕੀ ਲਾਗੈ ਭੂਖ। ਇੱਕ ਮੁਸ਼ਕਲ ਇਹ ਵੀ ਹੈ ਸਾਧ ਸੰਗਤ, ਜਦੋਂ ਤੱਕ ਭੁੱਖ ਨਾ ਲੱਗੇ ਤਾਂ ਬੰਦਾ ਕਦੀ ਵੀ ਰੋਟੀ ਨਹੀਂ ਖਾਂਦਾ। ਜੇ ਤੁਸੀਂ ਉਹਨੂੰ ਧੱਕੇ ਦੇ ਨਾਲ ਖਵਾਓਗੇ ਵੀ ਨਾ, ਉਲਟੀ ਕਰ ਦੇਗਾ, ਇਹੀ ਹੋਏਗਾ, ਦਵਾਈਆਂ ਖਾਣੀਆਂ ਪੈਣਗੀਆਂ, ਹੋਰ ਰੋਗੀ ਹੋ ਜਾਏਗਾ। ਉਹਦੇ ਲਈ ਸਭ ਤੋਂ ਵੱਡੀ ਸਮੱਸਿਆ ਮੁਸ਼ਕਲ ਇਹੀ ਹੈ। ਪਰ ਜਿਨ੍ਹਾਂ ਨੂੰ ਭੁੱਖ ਲੱਗੀ ਹੈ, ਚੇਤੇ ਰੱਖਣਾ, ਉਹ ਪ੍ਰਸ਼ਾਦੇ ਵੱਲ, ਰੋਟੀ ਵੱਲ ਦੌੜਦੇ ਨੇ। ਹੁਣ ਇੱਕ ਭੁੱਖ ਤਾਂ ਸਾਡੀ ਦੁਨਿਆਵੀ ਹੈ, ਇੱਕ ਭੁੱਖ ਸਾਡੀ ਅਧਿਆਤਮਕਤਾ ਦੀ ਭੁੱਖ ਹੈ। ਕਹਿ ਲਓ ਕਿ ਵੀ ਇਹ ਸੌਖੇ ਜਿਹੇ ਲਫ਼ਜ਼ਾਂ ਦੇ ਵਿੱਚ, ਇੱਕ ਭੁੱਖ ਸਾਡੇ ਮਨ ਦੀ ਹੈ, ਇੱਕ ਭੁੱਖ ਸਾਡੇ ਤਨ ਦੀ ਹੈ। ਤੇ ਇਹ ਮਨ ਦੀ ਭੁੱਖ ਕਿਸੇ ਵਿਰਲੇ ਦੇ ਅੰਦਰ ਹੁੰਦੀ ਹੈ, ਤਨ ਦੀ ਭੁੱਖ ਸਭ ਦੇ ਅੰਦਰ ਹੀ ਹੁੰਦੀ ਹੈ। ਹਰੇਕ ਬੰਦਾ ਅੱਜ ਚਾਹੁੰਦਾ ਮੇਰੇ ਤਨ ਦੀ ਭੁੱਖ ਦੀ ਪੂਰਤੀ ਹੋ ਜਾਏ, ਮੈਂ ਆਪਣੇ ਤਨ ਨੂੰ ਰਜਾ ਸਕਾਂ, ਪੇਟ ਨੂੰ ਰਜਾ ਸਕਾਂ। ਉਹਦੇ ਲਈ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ, ਕੁਝ ਵੀ ਕਰਨਾ ਪਵੇ, ਉਹ ਕਰਨ ਦੇ ਲਈ ਤਿਆਰ ਹੈ। ਪਰ ਮਨ ਦੇ ਭੁੱਖ ਦੇ ਲਈ ਬੰਦਾ ਕੁਝ ਵੀ ਕਰਨ ਦੇ ਲਈ ਤਿਆਰ ਨਹੀਂ। ਵੇਖਿਆ ਤੁਸੀਂ, ਛੋਟੀ ਜਿਹੀ ਉਦਾਹਰਨ ਦੇਣ ਲੱਗਾ, ਘਰ ਦੇ ਅੰਦਰ ਤਨ ਦੀ ਭੁੱਖ ਦੇ ਲਈ ਸਾਡੇ ਸਭਨਾਂ ਦੇ ਘਰਾਂ ਦੇ ਵਿੱਚ ਰਸੋਈਆਂ ਨੇ। ਬੰਦਾ ਜਾਂਦਾ ਰਸੋਈ ਵਿੱਚ, ਬਣਾਉਂਦਾ, ਕੁਝ ਖਾ ਲੈਂਦਾ, ਪਰ ਐਸਾ ਵਿਰਲਾ ਘਰ ਹੁੰਦਾ ਜਿਹਦੇ ਮਨ ਨੂੰ ਭਜਨ ਦੀ ਭੁੱਖ ਹੁੰਦੀ ਤੇ ਉਹਨੇ ਘਰ ਦੇ ਵਿੱਚ ਭਜਨ ਦੇ ਲਈ ਕੋਈ ਕਮਰਾ ਬਣਾਇਆ ਹੋਵੇ। ਬੜੇ ਵਿਰਲੇ ਹੁੰਦੇ ਨੇ ਉਹ, ਵਿਰਲੇ ਬੜੇ ਗੁਰਮੁਖ ਪਿਆਰੇ ਹੁੰਦੇ ਨੇ ਜਿਨ੍ਹਾਂ ਨੇ ਮਨ ਦੀ ਭੁੱਖ ਦੇ ਲਈ, ਭਜਨ ਕਰਨ ਦੇ ਲਈ, ਬੰਦਗੀ ਕਰਨ ਦੇ ਲਈ ਇੱਕ ਕਮਰਾ ਬਣਾਇਆ ਹੁੰਦਾ। ਰਸੋਈਆਂ ਤੇ ਹਰੇਕ ਨਹੀਂ ਬਣਾਈਆਂ ਹੁੰਦੀਆਂ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਸਾਚੇ ਨਾਮ ਕੀ ਲਾਗੈ ਭੂਖ। ਜਿਹਦੇ ਅੰਦਰ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਉਹੀ ਭਜਨ ਬੰਦਗੀ ਵਾਲੇ ਪਾਸੇ ਆਉਂਦਾ ਹੈ। ਤੇ ਜਿਹਦੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ ਲੱਗਦੀ, ਉਹ ਕਦੀ ਵੀ ਬੰਦਗੀ ਵਾਲੇ ਪਾਸੇ ਨਹੀਂ ਜਾਂਦਾ। ਦੂਜੀ ਮੁਸ਼ਕਲ ਇੱਕ ਹੋਰ ਹੈ, ਖਾ ਕੇ ਪਚਾ ਲੈਣਾ। ਇਹ ਸਭ ਤੋਂ ਵਧੀਆ ਗੱਲ ਹੈ। ਜਿਹੜਾ ਖਾ ਕੇ ਪਚਾਵੇ ਨਾ, ਉਹਦੇ ਲਈ ਵੀ ਸਭ ਤੋਂ ਵੱਡੀ ਮੁਸ਼ਕਲ ਖੜੀ ਹੋ ਜਾਂਦੀ ਹੈ। ਚਲੋ ਭੁੱਖ ਲੱਗੀ, ਬੰਦੇ ਨੇ ਕਈ ਵਾਰ ਭੁੱਖ ਦੇ ਚੱਕਰ 'ਚ ਵੱਧ ਖਾ ਲਿਆ, ਨਹੀਂ ਪਚਿਆ, ਤਾਂ ਵੀ ਉਹਦੇ ਲਈ ਮੁਸ਼ਕਲ ਬਣ ਜਾਏਗੀ। ਸਤਿਗੁਰੂ ਜੀ ਕਹਿੰਦੇ ਸੱਚ ਇੱਕ ਇਹੋ ਜਿਹਾ ਗੁਣ ਹੈ, ਇਹ ਖਾਣਾ ਤੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਆਪਾਂ ਰੋਜ਼, ਰਹਿ ਰਸ ਬਾਣੀ। ਚਲੋ ਅੱਗੇ ਜਾ ਕੇ ਆਪਾਂ ਦੇ ਵਿਚਾਰ ਕਰਾਂਗੇ। ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਤਾ ਕੀ ਕਹਿੰਦੇ ਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।
ਉਹਦੇ ਵਿੱਚ ਹੁਣ ਸਤਿਗੁਰੂ ਜੀ ਨੇ ਕੁਝ ਚੀਜ਼ਾਂ ਟਿਕਾ ਕੇ ਦਿੱਤੀਆਂ ਨੇ, ਸਤ ਸੰਤੋਖ ਵਿਚਾਰ ਟਿਕਾ ਕੇ ਦਿੱਤੀ ਹੈ, ਥਾਲੀ ਵਿੱਚ ਪਰੋਸ ਕੇ ਦਿੱਤਾ ਸੱਚ। ਸਤਿਗੁਰੂ ਜੀ ਕਹਿੰਦੇ ਆ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਬਸ ਆਧਾਰੋ। ਤੀਜੀ ਗੱਲ ਵਿੱਚ ਸਮਝਿਓ, ਜੇ ਕੋ ਖਾਵੈ ਜੇ ਕੋ ਪੁੰਚੈ। ਹੁਣ ਆ ਮੁਸ਼ਕਲ ਬਣੀ ਸੀ ਕਿ ਵੀ ਭੋਜਨ ਖਾ ਤੇ ਲਿਆ ਚਾਹ ਦੇ ਵਿੱਚ, ਹੁਣ ਪਚਿਆ ਨਹੀਂ। ਹੁਣ ਕਈਆਂ ਨੂੰ ਇਹ ਹੈ ਕਿ ਵੀ ਸੱਚ ਸੁਣਨ ਦੀ ਆਦਤ ਨਹੀਂ ਹੁੰਦੀ, ਉਹ ਨਹੀਂ ਪਚਾ ਪਾਉਂਦੇ, ਉਹਨਾਂ ਲਈ ਇਹ ਸਭ ਤੋਂ ਵੱਡੀ ਮੁਸ਼ਕਲ ਹੈ। ਉਹਨਾਂ ਨੂੰ ਵੀ ਭੁੱਖ ਨਹੀਂ ਲੱਗੀ ਹੁੰਦੀ, ਸੁਣ ਤਾਂ ਲੈਂਦੇ ਆ ਪਰ ਬੜੀ ਔਖੀ ਖੇਡ ਬਣ ਜਾਂਦੀ ਉਹਨਾਂ ਲਈ। ਸਾਚੇ ਨਾਮ ਕੀ ਲਾਗੈ ਭੂਖ ਦਾ ਭਾਵ ਸੀ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਉਧਾਰ ਹੀ ਉਹਦਾ ਹੋਏਗਾ ਜਿਹੜਾ ਸੱਚੇ ਨਾਮ ਦੀ ਭੁੱਖ ਨੂੰ ਪਚਾ ਗਿਆ। ਪਹਿਲੀ ਗੱਲ ਖਾਵੇਗਾ, ਦੂਜੀ ਗੱਲ ਫਿਰ ਪਚਾਵੇਗਾ। ਇਸੇ ਕਰਕੇ ਧੰਨ ਗੁਰੂ ਨਾਨਕ ਮਹਾਰਾਜ ਜੀ ਜਦੋਂ ਆਪਣੀਆਂ ਉਦਾਸੀਆਂ ਦੇ ਸਫ਼ਰ ਸ਼ੁਰੂ ਕਰਦੇ ਆ ਤੇ ਗੁਰੂ ਨਾਨਕ ਮਹਾਰਾਜ ਜੀ ਦੀ ਸੱਚ ਦੀ ਬਾਤ ਨਾ ਤੇ ਕਾਜੀ ਪਚਾ ਪਾਉਂਦੇ ਆ, ਨਾ ਬ੍ਰਾਹਮਣ ਪਚਾ ਪਾਉਂਦੇ ਆ, ਤੇ ਨਾ ਹੀ ਜੋਗੀ ਪਚਾ ਪਾਉਂਦੇ ਆ। ਸਤਿਗੁਰੂ ਜੀ ਦੇ ਸਾਹਮਣੇ ਖਲੋ ਜਾਂਦੇ ਨੇ ਉਹ। ਕੋਈ ਸਤਿਗੁਰੂ ਜੀ ਨੂੰ ਭੂਤਨਾ ਪਿਆ ਕਹਿੰਦਾ ਹੈ, ਕੋਈ ਸਤਿਗੁਰੂ ਨੂੰ ਬੈਤਾਲਾ ਪਿਆ ਕਹਿੰਦਾ ਹੈ, ਕੋਈ ਸਤਿਗੁਰੂ ਨੂੰ ਵਿਚਾਰਾ ਪਿਆ ਕਹਿੰਦਾ ਹੈ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਭੁੱਖ ਨਹੀਂ ਹੈ ਸੱਚ ਦੀ। ਤੇ ਜਿਨ੍ਹਾਂ ਦੇ ਅੰਦਰ ਭੁੱਖ ਸੀ ਸੱਚ ਦੀ, ਉਹ ਭਾਈ ਲਾਲੋ ਜੀ ਵਰਗੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀਆਂ ਉਡੀਕਾਂ ਵਿੱਚ ਬੈਠੇ ਹੋਏ ਨੇ। ਜਿਨ੍ਹਾਂ ਦੇ ਅੰਦਰ ਸੱਚ ਦੀ ਭੁੱਖ ਸੀ, ਉਹ ਭਾਈ ਸੱਜਣ ਵਰਗੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕ ਕੇ ਸੱਚ ਨਾਮ ਦੀ ਭੀਖ ਮੰਗਦੇ ਆ, ਮੈਨੂੰ ਵੀ ਸੱਚਾ ਨਾਮ ਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਆਂ ਦੁੱਖ। ਵੇਖੋ ਥੋੜਾ ਜਿਹਾ ਵਿਸ਼ਰਾਮ ਦੇਣਾ ਆਪਾਂ ਵਿਸ਼ਰਾਮ ਨਾ ਦੇ ਪਾਉਣ ਕਰਕੇ ਨਾ ਆਪਾਂ ਇਹਨਾਂ ਪੰਕਤੀਆਂ ਦੇ ਅਰਥ ਕਈ ਵਾਰ ਉਲਟ ਕਰ ਜਾਂਦੇ ਆ। ਜਿਹੋ ਜੀ ਸਾਡੀ ਚਿਤਵਨੀ ਹੁੰਦੀ ਹੈ, ਜਿਹੋ ਜਿਹਾ ਸਾਡਾ ਖਿਆਲ ਹੁੰਦਾ ਹੈ, ਕਈ ਇਹਦਾ ਪਾਠ ਕਰਦੇ ਆ ਉਤ ਭੁੱਖੈ ਖਾਏ ਚੱਲੀਆਂ ਦੁੱਖ। ਹੁਣ ਇਹਦਾ ਜਿਹੜਾ ਵਿਸ਼ਰਾਮ ਹੈ ਉਤ ਭੁੱਖੈ ਖਾਏ ਚੱਲੀਆਂ ਦੁੱਖ, ਇਹਦੇ ਅਰਥ ਕੀ ਨੇ ਜੀ? ਇਹਦੇ ਅਰਥ ਇਹ ਨੇ ਜੀ, ਉਸ ਦੀ ਤਾਂਗ ਬਰਕਤ ਨਾਲ ਹਰ ਨਾਮ ਭੋਜਨ ਖਾ ਕੇ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਹੁਣ ਖਾਣ ਦੇ ਨਾਲ ਹੀ ਜੇ ਬੰਦਾ ਦਵਾਈ ਨਾ ਖਾਵੇ, ਡਾਕਟਰ ਨੇ ਦਵਾਈ ਦਿੱਤੀ, ਉਹਨੇ ਪਰਹੇਜ਼ ਦੱਸਿਆ, ਜਿਸ ਬੰਦੇ ਨੇ ਦਵਾਈ ਖਾ ਲਈ, ਪਰਹੇਜ਼ ਕਰ ਲਿਆ, ਸੁਭਾਵਿਕ ਗੱਲ ਹੈ ਕਿ ਵੀ ਉਹਦਾ ਰੋਗ ਦੂਰ ਹੋਏਗਾ ਹੀ ਹੋਏਗਾ। ਤੇ ਜਿਸ ਬੰਦੇ ਨੇ ਲਿਆ ਕੇ ਦਵਾਈ ਖਾ ਵੀ ਰਿਹਾ, ਪਰਹੇਜ਼ ਵੀ ਕੁਝ ਨਹੀਂ ਕਰ ਰਿਹਾ, ਉਹਦਾ ਤੇ ਮਰਨ ਹੀ ਹੈ ਨਾ, ਸੁਭਾਵਿਕ ਹੈ ਮਰੇਗਾ ਹੀ ਮਰੇਗਾ। ਕਿਉਂਕਿ ਉਹਨਾਂ ਚੀਜ਼ਾਂ ਨੂੰ ਉਹ ਕਰ ਨਹੀਂ ਪਾ ਰਿਹਾ ਜਿਹੜੀਆਂ ਡਾਕਟਰ ਵੱਲੋਂ ਉਹਨੂੰ ਦੱਸੀਆਂ ਗਈਆਂ ਨੇ। ਇਹੀ ਕਹਾਣੀ ਸਤਿਗੁਰੂ ਜੀ ਕਹਿੰਦੇ ਉਤ ਭੁੱਖ ਹੈ, ਤੈਨੂੰ ਭੁੱਖ ਤਾਂ ਹੈ, ਪਰ ਜੇ ਤੂੰ ਕਿਤੇ ਇਹ ਖਾ ਲੈ ਨਾ, ਇਹੀ ਸਰਬ ਰੋਗ ਕਾ ਔਖਦ ਨਾਮ ਤੇਰੇ ਲਈ ਬਣ ਜਾਏਗਾ। ਇਹੀ ਤੇਰੇ ਲਈ ਬਣ ਜਾਏਗਾ ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵਾ, ਕੱਟ ਹੈ ਜਮ ਕੀ ਪੰਦਾ, ਤੇਰੇ ਸਾਰੇ ਦੁੱਖ ਕੱਟ ਕੇ ਰੱਖ ਦੇਗਾ। ਗੱਲ ਇੰਨੀ ਹੈ ਕਿ ਖਾਣਾ ਤੇ ਸਿੱਖ ਪਹਿਲਾਂ, ਖਾਣਾ ਨਹੀਂ ਆ ਰਿਹਾ ਸਾਨੂੰ ਸਤਿਗੁਰੂ ਜੀ ਨੇ ਥਾਲ ਬਣਾ ਕੇ ਤੇ ਦੇ ਦਿੱਤਾ ਹੈ, ਪਰ ਹੁਣ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਵੀ ਖਾਈਏ ਕਿਵੇਂ। ਖਾਣਾ ਵੀ ਜ਼ਰੂਰੀ ਹੈ, ਜੇ ਨਾ ਖਾਧਾ ਤਾਂ ਵੀ ਮਰੇ, ਜੇ ਖਾ ਲਿਆ ਸਾਨੂੰ ਸਮਝ ਨਹੀਂ ਆ ਰਹੀ ਫਿਰ ਖਾਈਏ ਕਿਵੇਂ। ਬਸ ਆਹੀ ਕਹਾਣੀ ਹੈ। ਸਤਿਗੁਰੂ ਜੀ ਕਹਿੰਦੇ ਆ ਉਤ ਭੁੱਖ ਹੈ ਖਾਏ ਚੱਲੀਆਂ ਦੁੱਖ, ਤੇ ਅੱਗੇ ਕਹਿੰਦੇ ਸੋ ਕਿਉਂ ਵਿਸਰੈ ਮੇਰੀ ਮਾਏ। ਹੇ ਮੇਰੀ ਮਾਂ, ਉਹ ਸਤਿਗੁਰ ਕਿਉਂ ਵਿਸਰੇ, ਉਹ ਕਦੀ ਵੀ ਮੈਨੂੰ ਵਿਸਰੇ ਨਾ। ਸ਼ਬਦ ਬੜਾ ਕਮਾਲ ਦਾ ਸਤਿਗੁਰੂ ਜੀ ਨੇ ਵਰਤਿਆ, ਮੇਰੀ ਮਾਏ, ਹੇ ਮੇਰੀ ਮਾਂ, ਉਹ ਪਰਮਾਤਮਾ ਮੈਨੂੰ ਕਦੇ ਵੀ ਨਾ ਵਿਸਰੇ। ਇੱਕ ਘਰ ਦੇ ਅੰਦਰ ਹਜੇ ਉਹ ਪਿਤਾ ਨਹੀਂ ਹੈ, 27-28 ਸਾਲ ਹੋ ਗਏ ਨੇ ਉਹਨੂੰ ਘਰ ਦੇ ਵਿੱਚ ਰਹਿੰਦੇ ਆ। 27-28 ਸਾਲ ਬਾਅਦ ਉਹਦਾ ਵਿਆਹ ਹੁੰਦਾ ਹੈ, ਘਰ ਦੇ ਵਿੱਚ ਉਹਦੀ ਪਤਨੀ ਆਉਂਦੀ ਹੈ, ਫਿਰ ਉਹ ਇੱਕ ਮਾਂ ਦਾ ਰੂਪ ਧਾਰਨ ਕਰਦੀ ਹੈ। ਹੁਣ ਉਹ ਮਨ ਵਿੱਚ ਖਿਆਲ ਉਹਦੇ ਆਉਂਦਾ ਹੈ ਕਿ ਵੀ ਮੈਨੂੰ ਇੰਨਾ ਲੰਮਾ ਸਮਾਂ ਹੋ ਗਿਆ ਇੱਥੇ ਰਹਿੰਦੇ ਆ,
मेरा कोई जिक्र नहीं है। हरेक पासे माँ का ही नाम क्यों आउंदा है? मात जननी, मात भूमि, मात भाषा। मात पिता भाषा क्यों नहीं आया? उनका दुख लगेगा। हुण जदों बाणी विच ये बचन आउंदा है माए, क्योंकि सतगुरु हरेक पातशाह ने माँ का जिक्र किया। जदों तुसीं आनंद साहिब बाणी पढ़दे हो, उत्थे गुरु अमरदास महाराज पहला कर दिंदे आनंद भया मेरी माए। कोई पिता आखे कि मैनू बड़ा दुख है, मेरा नाम क्यों नहीं आउंदा? मैं बेनती करां, माँ का जिंदगी दे अंदर बड़ा वड्डा रोल हुंदा है। ਜਿਹੜੇ उस गल नूं समझदे आ वो तां समझदार ने, ਜਿਹੜੇ नहीं समझदे उन्हां नूं फिर कोई समझदार बना भी नहीं सकदा ते ना ही वो बन सकदे आ। धन गुरु ग्रंथ साहिब महाराज जी की बाणी के अंदर जिथे असीस देण की भी गल आउंदी है ना, वो माँ दी ही आउंदी है। एक शब्द आपां पढ़दे हां, गाहे वगाए पूता माता की आसीस निमक न बिसरो तुमको हर हर सदा भजो जगदीश। ये आसीस माँ ही दे सकती है, दूजा कोई नहीं दे सकता। सतगुरु जी इत्थे शब्द वरतदे आ, सो क्यों विसरै मेरी माए। हे मेरी माँ, अरदास करके वो परमात्मा मैनू कदे ना विसरे। एक माँ ही है जिहड़ी भगती वाले पासे लिया सकती है, नहीं तो दूजा कोई नहीं लिया सकता। छोटी जी उदाहरण इत्थे मैं तुहानू देना चाहुंदा, किन्नी सुभागी है भगत फरीद जी की माँ। बड़ी सुभागी माँ है वो। चलो लालच दे नाल ही उन्हें अपने पुੱਤ नूं रब दे नाल जोड़ दिता। भगत फरीद जी ने रोज़ मुसल्ला विछाना, विछा के जदों बैठना तो माँ ने रोज़ चोरी चोरी उहदे मुसल्ले दे थल्ले कदी शक्कर रख देनी, कदी खंड रख देनी, कदी गुड़ रख देना, कदी कुछ रख देना। ते रोज़ जदों उन्हें नमाज पढ़ के उठना ना, ते माँ ने कहना पुੱਤ अज तैनूं रब ने कुछ नहीं दिता खाण लई। ते रोज़ उन्हें कहना वेख माँ अज मैनूं रब ने आ दिता खाण दे लई। बस आ लालच ही सी माँ दा जिहड़ा उहनूं रब तक लै गया। ते जदों वो रब तक पहुंचया, अज माँ दियां चीज़ां रखियां रखाइयां रह गईयां, भगत फरीद रब तक पहुंच गया। माँ ही सी ना, उन्होंने कहना पै गया फरीदा शक्कर खंड निवात गुड़ माखियो माझा दुध सभे वस्तु मिठियां। हे माँ तेरियां ये दित्तियां हुई सारियां चीज़ां मिठियां हो सकदियां ने, पर जिस नूं हुण मैं याद करदा ना वो रब इन्हां चीज़ां तो भी मिठा है। सभे वस्तु मिठियां रब ना पूजन धुद। हुण ये चीज़ां रब दे राह दे विच रुकावटां ने। सो मैं बेनती करां, सो क्यों विसरै मेरी माए। वो फिर परमात्मा कदी भी नहीं विसरदा जे माँ सच दे नाम दी आसीस देदा है। अज माँ ही वो नहीं जिहड़ी सच दी आसीस दे दे। किते वेख उन्हां मावां नूं जिन्हां मावां ने अपने पुत्रां नूं लोरियां ही नाम दियां दित्तियां। मैं कुछ कु नाम तुहाडे नाल सामने रखना चाहुंदा। किते मात गुजरी वल झात मारियो, उन्हें अपने साहिबजादियां नूं गुरु अर्जन देव महाराज जी दियां गल्लां सिखाईयां होईयां ने। उन्हें अपने पति गुरु तेग बहादुर पातशाह जी दियां लोरियां दित्तियां होईयां ने। उन्हें वो सारियां गल्लां सिखाईयां होईयां ने जिहड़ियां उन्हां दे लई सिक्ख्यादार ने। अज ठंडे बुर्ज दे अंदर बैठे वजीर का ये सोचदा ठंडा बड़ा बुर्ज होवेगा, सवेर नूं मर मुक्के होणगे ते इन्हां दा मैनूं पता लगेगा। पर उन्हों की पता सी मात दी बुक्कल दे विचों ऐसा निग मिलेगा, वो तेरे सामने खलो के भी जकारे छड्डदे तैनूं नज़र आउणगे। यह है सो क्यों विसरै मेरी माए। फिर एक उदाहरण देनी चाहुंदा, किन्नियां वो भागां वालियां मावां मीर मन्नू दियां जेलां दे विच। मीर मन्नू कहंदा है पानी बंद कर दिओ, प्रशादा बंद कर दिओ, सब कुछ बंद हो जाएगा ते अपने आप सिक्खी छड़ देणगियां। भुल जाएगा विसर जाएगा इन्हां नूं गुरु। ये अपने मूँह तो गुरु गुरु कहंदियां ने, गुरु दे नाम तो नफरत करनगियां।
पानी बंद कर दिता, प्रसादा बंद कर दिता। कुछ दिन वेख्या इन्हां ते कोई असर नहीं होया, पर वो मावां उस रब की रजा दे विच रोज़ रह रास करके उन्हां ने सौना। जिन्हां दे नाम का आधार बना लिया, उन्हां नूं दुनिया की कोई ताकत हुण छू थोड़ा सकती है। मीर मनु सोचदा है कि भी मैं बड़े वसीले कर ले, चलो एक ढंग होर वरताउने आ, इन्हां दे पुत्रां दियां, इन्हां दे बच्चियां दियां ही आंतड़ियां परो के इन्हां दे गलां विच पा दिन्ने आ। हुण इतिहास कहंदा है उन्हां दे बच्चियां दे टुकड़े टुकड़े करके उन्हां की मावां दे गलां विच पाए गए, पर उन्हां नूं फिर भी परमात्मा नहीं भुल्लिया, फिर भी रब नहीं भुल्लिया। छोटा जिहा दुख हुंदा साडे उत्ते, आपां एक पल दे विच रब नूं भुल्लदे आ। मैं बेनती करा, सतगुरु जी कहते हैं सो क्यों विसरै मेरी माए, हे मेरी माँ, वो परमात्मा क्यों भुले, वो परमात्मा क्यों विसरे। मैं हर वेले हर वक्त उन्हों याद करा, हर वेले वो मेरी जिंदगी का एक हिस्सा बन जाए। सतगुरु जी कहते हैं मेरे ते तां ऐसी कृपा हुई, मेरा हीर है रतन नाम हर बसियो, गुर हाथ धरियो मेरा माथा। गुरु ने मेरे मत्थे ते हाथ धरिया, मैनू वो कदी परमात्मा हीरे तो दूर गया ही नहीं, वो तो सदा ही मेरी सिमरती दे अंदर, मेरी याद दे अंदर बैठा है। ते अगे कहते हैं साचा साहिब सच्चा नाए, वो साहिब जिहड़ा वो सच्चा है। दुनिया दे अंदर जिहड़े अपने आप नूं साहिब कहंदे आ ना, ते मैं एक बेनती करा, साहिब शब्द जिहड़ा है एक संसारली शब्द वरत्या जांदा साहब, पर साहब ते साहिब शब्द दे विच बड़ा अंतर है। मैं बेनती करा, ये शब्द वरते जाते हैं, पर असी सिर्फ साहिब शब्द विचार करनी है। साहिब आप जी ने इतिहास दे अंदर एक थां जिक्र पढ़िया होएगा, वो बार बार साहिब का जिक्र करता है, पर वो कहता नहीं साहिब अंदर बैठा है। एक बुद्धू साहिब है ना, शायद जेकर मैं भुलदा ना होवां, आके कोई उन्होंने कहता मैं बुद्धू साहिब नूं मिलना है। हुण उन्होंने की पता सी कि भी ये रोटियां लाउंदा, प्रसादे बनाउंदा, सेवा करदा, यही बुद्धू है, भाई बुद्धू साहिब है। हुण उन्होंने जदों आके कहंदा मैं भाई बुद्धू साहिब नूं मिलना है, वो कहंदा कि भी बुद्धू आ बैठा है, साहिब अंदर है। हुण साडे लई तां सोचना बड़ी औखी घाटी है कि भी उन्हें ये गल की कह दी। वो कहना मैं बुद्धू साहिब नूं मिलना है, मैनू भी पता साहिब अंदर बैठा है। वो चलो जी, वो भुल भुलेखे उहदे चपेड़ जड़ दिंदा है। जदों अंदर जाता है किसी नूं पुछदा है कि मैं बुद्धू साहिब नूं मिलना है, कहंदे उही तां है जिहदे नाल बाहर बहसदा आया, उही तां बुद्धू है जिन्हों तू मिलना है। जाके उहदे तो माफियां मंगदा है, मैनू कहंदा माफ कर दे, मैं तेनू पहचान नहीं सकिया। कहंदा मैं तेनू दस तां रिहा सां साहिब अंदर बैठा है, बुद्धू तेरे सामने खलोता है। मैं बेनती करा, ये भावना साडे अंदर भी आ जाए, नहीं तो मेरे वर्गा कहना मैं ही साहिब हाँ, मैं ही सब कुछ हाँ, हुण जो कुछ है मैं ही हाँ, मेरे तो उत्ते कख नहीं। मैं तो अपने नाम दे नाल साहिब भी लाउण लग गया। ते मैं कईयां नूं इत्थे बेनती करदा, कल्ला भाई शब्द वरत्या करो, साहिब जोगे असीं होए नहीं अजे, माफ करना, साहिब इक्को ही है। धन श्री गुरु ग्रंथ साहिब महाराज, इनू ही साहिब क्या करो, जने खणे नू साहिब ना क्या करो। क्यों? साहिब शब्द बड़ा वड्डा है, बड़ी उच्चता है ये अंदर, इनू इन्ना नीवा ते ना छोटा ना करो, इन्ना मरतबा उच्चा है ये शब्द का। सो सतगुरु जी कहते हैं साचा साहिब, साहिब वो है जिदे अंदर सच वरतदा है। साडे पापियां दे अंदर ते रोज ही कूड़ वरतदा है। आपां साहिब कित्थों हो गए? आपां दे जने खणे दे नाल धोखा करदे आ, आपां तां वितकरा भी करदे आ, आपां पखंड भी कर लैंदे आ, आपां चोरियां ठगियां भी कर लैंदे आ, ते फिर आपां साहिब कित्थों हो गए? मैं बेनती करा, सच्चे साहिब दे अंदर ऐसा कोई अवगण नहीं। इस करके गुरु नानक महाराज उस परमात्मा नूं कहंदे आ साचा साहिब सच्चा नाए, भाव उस परमात्मा उस साहिब सब तो वड्डा है। ते दूजा कहंदे आ उस सच्चा नाए, भाव उहदा नाम भी सच्चा है।
ਜਿੱਥੇ ਉਹ ਸਾਹਿਬ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ। ਇਸ ਕਰਕੇ ਉਸ ਸੱਚੇ ਦੇ ਨਾਲ ਜੁੜੀਏ, ਪਰਮਾਤਮਾ ਦੇ ਨਾਮ ਨੂੰ ਸਿਮਰੀਏ, ਪਰਮਾਤਮਾ ਦੀ ਭਗਤੀ ਬੰਦਗੀ ਕਰੀਏ। ਰਹਾਉ ਦੇ ਬੰਦ ਤੱਕ ਤੁਹਾਡੇ ਨਾਲ ਵਿਚਾਰ ਕੀਤੀ। ਅਗਲੇ ਪਦੇ ਜਿਹੜੇ ਆ ਉਹ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ ਜੀ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।